ਤਾਂ ਲਾਸਟ ਆਪਾਂ ਕਰਦੇ ਪਏ ਸੀਗੇ ਇਕੁਇਲਿਬ੍ਰੀਅਮ। ठीक है, और इक्विलिब्रियम के अंदर ਅਸੀਂ डिफाइन ਕੀਤਾ ਸੀ ਆਪਣੇ ਕੋਲ ਦੋ टाइप ਦਾ इक्विलिब्रियम ਆ। एक अपने को सीगा ट्रांसलेशनल इक्विलिब्रियम, एक अपने को सीगा रोटेशनल इक्विलिब्रियम। क्या उस टॉपिक से किसी ने कोई डाउट हैगा कि वो क्लियर होना पोर्शन? क्लियर है सर। क्लियर है सर। क्लियर है सर। ਉਸੇ ਟੌਪਿਕ ਦੇ ਨਾਲ ਆਪਾਂ ਉਹਦੇ ਚ ਕੁਝ ਪਾਰਟ ਲੈ ਕੇ ਗੱਲ ਕੰਟੀਨਿਊ ਕਰ ਰਹੇ ਹਾਂ। ਉਹਦੇ ਚ ਕੱਲ ਆਪਾਂ ਲਾਸਟ ਇਹਨਾਂ ਵਰਡ ਲੈ ਰਹੇ ਸੀ ਕਿ ਜਦੋਂ ਐਸਐਚ ਬੋਡੀ ਦੇ ਅੰਦਰ ਅਸੀਂ ਕਹਿੰਦੇ ਜੀ ਇਕੁਇਲਿਬ੍ਰੀਅਮ ਹੈ ਨਾ, ਉਹ ਕਹਿੰਦਾ ਜ਼ਰੂਰੀ ਨਹੀਂ ਇੱਕੋ ਟਾਈਮ ਦੇ ਅੰਦਰ ਬੋਡੀ ਦੇ ਦੋਨੋਂ ਇਕੁਇਲਿਬ੍ਰੀਅਮ ਸਾਈਮਲਟੇਨੀਅਸਲੀ ਜਸਟੀਫਾਈ ਹੁੰਦੇ ਹੋ। ਮਤਲਬ ਅਸੀਂ ਕਿਹਾ ਸੀ ਕਿ ਵੀ ਬੋਡੀ ਜਿਹੜੀ ਹੋਏਗੀ ਉਹ ਪਾਰਸ਼ੀਅਲ ਇਕੁਇਲਿਬ੍ਰੀਅਮ ਚ ਵੀ ਹੁੰਦੀ ਹੈ। ਪਾਰਸ਼ੀਅਲ ਇਕੁਇਲਿਬ੍ਰੀਅਮ ਦਾ ਮਤਲਬ ਅਸੀਂ ਲਿੱਤਾ ਸੀਗਾ ਆਈਦਰ ਦਾ ਬੋਡੀ ਇਜ਼ ਇਨ ਰੋਟੇਸ਼ਨਲ ਇਕੁਇਲਿਬ੍ਰੀਅਮ बट ट्रांसलेशनल इक्विलिब्रियम च नहीं होएगी, और बॉडी इज इन ट्रांसलेशनल इक्विलिब्रियम ते रोटेशनल इक्विलिब्रियम नहीं होएगा। ਉਹਦੇ ਵਿੱਚੋਂ ਹੀ ਟਰਮ ਲੈ ਕੇ ਆਪਾਂ ਗੱਲ ਕਰਨ ਲੱਗੇ। ਇਹਦੇ ਨਾਲ ਹੀ ਬੇਟਾ ਐਸਾ ਜੀ ਇੱਕ ਛੋਟਾ ਜਿਹਾ ਟੌਪਿਕ ਬਣਨਾ ਪ੍ਰਿੰਸੀਪਲ ਆਫ ਮੂਵਮੈਂਟਸ। ठीक है, प्रिंसिपल ऑफ मूवमेंट्स ਨੂੰ डिफाइन करिए ਤੇ ਐਸ ਸੱਚ ਇਹ ਟੌਪਿਕ ਤੁਹਾਡੇ ਕੋਲ ਜਿਹੜਾ ਹੈਗਾ ਇਹ ਤੁਹਾਡੇ ਐਸਐਚ ਰੋਟੇਸ਼ਨਲ ਇਕੁਇਲਿਬ੍ਰੀਅਮ ਦੇ ਨਾਲ ਹੀ ਲਿੰਕ ਸੀਗਾ। ਆਪਾਂ ਕੱਲ ਲਾਸਟ ਆ ਗੱਲ ਕਰਦੇ ਸੀਗੇ ਕਿ ਜੇ ਮੰਨ ਲਓ ਆ ਮੇਰੇ ਕੋਲ ਕੋਈ ਰੋਡ ਗਿਵਨ ਆ, ਆਪਾਂ ਐਗਜ਼ਾਮਪਲ ਕੋਡ ਕੀਤੀ ਸੀ ਸੀਸਾ ਵਾਲੀ। ਠੀਕ ਹੈ, ਕਿ ਜਿਹੜਾ ਸੀਸਾ ਹੋਏਗਾ ਉਹਦੇ ਅੰਦਰ ਜੇ ਇਸ ਫਲਕਰਮ ਦੇ ਅਬਾਊਟ ਮੇਰੀ ਬਾਡੀ ਬੈਲੈਂਸ ਹੈਗੀ ਆ, ਔਰ ਇਹਦੇ ਆ ਦੋ ਐਜ ਪੁਆਇੰਟਸ ਦੇ ਉੱਤੇ ਦੋ ਮੇਰੀਆਂ ਫੋਰਸਸ ਲਾਈ ਕਰਦੀਆਂ ਪਈਆਂ। ਠੀਕ ਹੈ, ਇਹਨਾਂ ਦੋਨਾਂ ਪੁਆਇੰਟਸ ਤੇ ਮੇਰੀਆਂ ਦੋ ਫੋਰਸਸ ਲਾਈ ਕਰਦੀਆਂ ਪਈਆਂ F1, ठीक है, तो सेकंड वन इज टू बी द F2। ਤੇ ਇਹਨਾਂ ਦੋਨਾਂ ਦਾ ਇਸ ਐਕਸਿਸ ਆਫ ਰੋਟੇਸ਼ਨ ਤੋਂ ਜਿਹੜਾ ਪਰਪੈਂਡੀਕੂਲਰ ਡਿਸਟੈਂਸ ਆ ਇਹ ਆ ਗਿਆ D1 ਐਂਡ D2। ਠੀਕ ਹੈ, ਤਾਂ ਅਸੀਂ ਇਹਦੇ ਅੰਦਰ ਇਹ ਕਿਹਾ ਸੀਗਾ ਕਿ both these forces, ਠੀਕ ਹੈ, both these forces they try to rotate the body। ठीक है, बट होएगा कि ਦੋਨਾਂ ਦੇ ਜਿਹੜੇ ਟਾਰਕ ਲਾਈ ਕਰਨੇ ਆ, ਯਾਨੀ ਦੋਨਾਂ ਬਾਡੀਜ਼ ਦੇ ਜਿਹੜੇ ਟਾਰਕ ਹੋਊਗੇ they should cancel the effect of one another। ਆਪਾਂ ਕਿਹਾ ਸੀ ਕਿ ਵੀ ਜੇ ਐਸ ਸੱਚ ਇਹਨਾਂ ਦੇ ਕਹ ਲੋ ਕਿ ਵੀ ਅਲਜੈਬਰਿਕ ਸਮ ਆਫ ਮੂਵਮੈਂਟ ਲਿਖਣੀ ਹੋਵੇ, ਅਲਜੈਬਰਿਕ ਸਮ ਆਫ ਮੂਵਮੈਂਟ ਦਾ ਮਤਲਬ ਇੰਡੀਵਿਜੂਅਲ ਫੋਰਸਿਸ ਦੀ ਜਿੰਨੀ ਮੂਵਮੈਂਟ ਬਣੇਗੀ, ਜੇ ਉਹਨਾਂ ਮੂਵਮੈਂਟਸ ਦੀ ਮੈਂ ਐਸ ਸੱਚ ਟੋਟਲ ਸਮ ਲਿਖਾਂ ਤੇ ਉਹਦੀ ਨੈਟ ਸਮ ਮੇਰੇ ਕੋਲ ਜਿਹੜੀ ਉਹ ਐਸ ਸੱਚ 0 ਸੀਗੀ। ਪਰ ਇਸ ਮੂਵਮੈਂਟ ਤੇ ਨਾਲ ਹੀ ਅਸੀਂ ਵਰਡ ਦਿੱਤਾ ਸੀ ਇਸ ਸਿਸਟਮ ਦੀ ਨੈਟ ਫੋਰਸ ਨਹੀਂ 0 ਬਿਕੋਜ਼ ਬੋਥ ਦਾ ਫੋਰਸਿਸ ਲਾਈਜ਼ ਇਨ ਸੇਮ ਡਾਇਰੈਕਸ਼ਨ। ठीक है, तो जे दोनों फोर्सेस सेम डायरेक्शन च ते एज सच इन्हां दोनों दी सेम डायरेक्शन च फोर्स होने करके ये कैंसल नहीं हो रही। पर इहदे अंदर ही हुण एक वर्ड होर ऐड करन लगे हां, जे इस मूवमेंट ते असीं आ कहिए कि भी ये दोनों मूवमेंट ते जिहड़ियां फोर्सेस ने ये इस फलक्रम दे अबाउट बैलेंस बनांदियां पईयां, ते इस मूवमेंट ते इस फलक्रम ते जिहड़ी रिएक्शनल फोर्स आएगी, आ दोनों फोर्सेस डाउनवर्ड फोर्स लगा के इस फलक्रम ते डाउनवर्ड कहना जी वेट एक्सर्ट कर रही हैं, यानी डाउनवर्ड फोर्स लगा रही हैं, जिहदी रिएक्शनल फोर्स इस पॉइंट दे उत्ते मेरे कोल R बन के आ जाएगी। जिथे पॉइंट ऑफ कॉन्टैक्ट आ जे मैं चौक दे उत्ते इस थां ते टिकाया ते इहदा एज सच जिहड़ा एजिस तो आ सारा वेट होएगा विच एक्ट इन डाउनवर्ड, ते इस पॉइंट दे उत्ते इहदा जिहड़ी रिएक्शनल फोर्स होएगी इट शुड बी एक्टिंग इन अपवर्ड डायरेक्शन। ਤੇ ਜੇ ਇਹਨਾਂ ਫੋਰਸਿਸ ਦੇ ਅੰਡਰ ਵੀ ਇਹ ਡਾਊਨਵਰਡ ਨਹੀਂ ਜਾ ਰਹੀ ਤੇ ਇਟ ਮੀਨਸ ਦਾ ਟੋਟਲ ਡਾਊਨਵਰਡ ਫੋਰਸ ਇਟ ਸ਼ੁੱਡ ਬੀ ਬੈਲੈਂਸਡ ਬਾਈ ਦਾ ਟੋਟਲ ਅਪਵਰਡ ਫੋਰਸ। ਇਹਦਾ ਮਤਲਬ ਹੋ ਗਿਆ ਇਸ ਵੇਲੇ ਤੁਹਾਡੀ ਰੋਡ ਜਿਹੜੀ ਹੋਏਗੀ ਇਹ ਆਪਣੇ ਇਸ ਇਨਸਟੈਂਟ ਤੇ ਟ੍ਰਾਂਸਲੇਸ਼ਨਲ ਇਕੁਇਲਿਬ੍ਰੀਅਮ ਨੂੰ ਵੀ ਮੇਨਟੇਨ ਕਰਦੀ ਪਈ ਆ। ਔਰ ਦੂਜੇ ਪਾਸੇ ਆ ਫੋਰਸ ਇਹ ਬਾਡੀ ਨੂੰ ਐਸ ਸੱਚ ਐਂਟੀ ਕਲੌਕਵਾਈਜ਼ ਤੇ ਆ ਫੋਰਸ ਬਾਡੀ ਨੂੰ ਜੇ ਕਲੌਕਵਾਈਜ਼ ਰੋਟੇਟ ਕਰਦੀ ਪਈ ਆ ਤੇ ਇਹਨਾਂ ਦੋਨਾਂ ਫੋਰਸਿਸ ਦੀ ਜਿਹੜੀ ਟਾਰਕ ਵੈਲਿਊ ਹੋਏਗੀ ਅਬਾਊਟ ਦਾ ਕਹਿੰਦਾ ਜੀ ਗਿਵਨ ਐਕਸਿਸ ਆਫ ਰੋਟੇਸ਼ਨ ਉਹ ਵੀ ਇੱਕ ਦੂਜੇ ਦੇ ਨਾਲ ਕੈਨਸਲ ਹੁੰਦੀ ਪਈ। ਮਤਲਬ ਜੇ ਆ ਰੋਡ ਆਪਣੇ ਸੈਂਟਰ ਤੇ ਬੈਲੈਂਸ ਆ, ਨਾ ਥੱਲੇ ਨੂੰ ਜਾ ਰਹੀ ਇੱਕ ਪਾਸੇ ਨੂੰ ਨਾ ਦੂਜੇ ਪਾਸੇ ਨੂੰ ਜਾ ਰਹੀ, ਇੱਥੇ ਹੀ ਸਿਰਫ ਮੇਰੇ ਕੋਲ ਬੈਲੈਂਸ ਸਟੇਟ ਚ ਆ, ਤੇ ਇਹਦਾ ਮਤਲਬ ਇਹ ਹੋ ਗਿਆ ਦੋਨੋਂ ਪਾਸੇ ਜਿਹੜਾ ਲੱਗਣ ਵਾਲਾ ਟਾਰਕ ਆ, ਠੀਕ ਹੈ, ਉਹ ਇੱਕ ਦੂਜੇ ਨਾਲ ਬੈਲੈਂਸ ਆ। ਠੀਕ ਹੈ, ਇਹਦਾ ਮਤਲਬ ਜਦੋਂ ਤੁਹਾਡੀ ਬਾਡੀ ਨੂੰ ਅਸੀਂ ਇਹ ਡਿਫਾਈਨ ਕਰਨਾ ਕਿ ਵੀ ਇਹਦੇ ਤੇ ਪ੍ਰਿੰਸੀਪਲ ਆਫ ਮੂਵਮੈਂਟ ਅਪਲਾਈ ਕਰੋ
ਤੇ ਬੇਟਾ ਪ੍ਰਿੰਸੀਪਲ ਆਫ ਮੂਵਮੈਂਟ ਦੇ ਅਕੋਰਡਿੰਗਲੀ ਇਹ ਹੋਏਗਾ ਕਿ ਜਦੋਂ ਤੁਸੀਂ ਬਾਡੀ ਨੂੰ ਬੈਲੈਂਸ ਸਟੇਟ 'ਚ ਲੈ ਕੇ ਆਏ ਹੋ, ठीक है, जो तुसी बॉडी नु बैलेंस स्टेट च लेके आए हो, उस मोमेंट ते अ बॉडी विल बी इन रोटेशनल इक्विलिब्रियम इफ अलजेब्रिक सम ऑफ द मूवमेंट ऑफ ऑल द फोर्सेस अबाउट द गिवन एक्सिस ऑफ रोटेशन इट शुड कहना जी 0। मैं फिर लाइन रिपीट कर रहा कि थोड़ी बॉडी जिहड़ी होएगी प्रिंसिपल ऑफ मूवमेंट की डिफाइन करेगा उस बॉडी वास्ते, अकॉर्डिंग टू द प्रिंसिपल ऑफ मूवमेंट a body is said to be in rotational equilibrium if algebraic sum of the movement of all the forces acting on a given body about the given axis of rotation it should balance each other, यानी नेट ओदी वैल्यू 0 आंदी होवे। क्या आ लाइन समझ लग रही? Yes, sir. Yes, sir. क्या इन्नी गल सारे नु समझ लगदी पई? ICSE वालियां ने ते पढ़िया होया थोड़ा बेटा ये टॉपिक ऑलरेडी। क्या CBSE वालियां नु ये गल समझ लगी जो आप एक्सप्लेन करदे पे? Yes, sir. सर रिपीट करियो। Yes, sir. ਆਪਾਂ ਇਹ ਕਿਹਾ ਬੇਟੇ ਕਿ ਜੇ ਆ ਮੇਰੀ ਕੋਈ ਰॉड ਆ ਔਰ ਇਹਨੂੰ ਮੈਂ ਇੱਥੇ ਬੈਲੈਂਸ ਕੀਤਾ ਹੋਇਆ ਕਿਸੇ ਚੀਜ਼ ਦੇ ਉੱਤੇ ਤੇ ਇਸ ਮੂਵਮੈਂਟ ਤੇ ਹੁੰਦੀ ਨਹੀਂ ਵੀ ਬੈਲੈਂਸ, ਠੀਕ ਹੈ, ਜੇ ਇਹ ਰॉड ਇਸ ਮੂਵਮੈਂਟ ਤੇ ਕਿਸੇ ਪੋਜੀਸ਼ਨ ਤੇ ਬੈਲੈਂਸ ਸਟੇਟ ਚ ਆ ਜਾਏ, ਹਨਾ, ਤੇ ਇਹਦਾ ਮਤਲਬ ਇਹਦੇ ਸਾਰੇ ਕੰਪੋਨੈਂਟ ਦੀ ਜਿਹੜੀ ਫੋਰਸਿਸ ਹੈਗੀਆਂ ਵਿਚ ਆਰ ਐਕਟਿੰਗ ਇਨ ਡਾਊਨਵਰਡ, ਉਹਨਾਂ ਨੇ ਇਸ ਬਾਡੀ ਨੂੰ ਜੇ ਥੱਲੇ ਉੱਪਰ ਕਿਤੇ ਨਹੀਂ ਜਾਣ ਦਿੱਤਾ, ਇਹਨੂੰ ਰੋਟੇਟ ਨਹੀਂ ਕਰਨ ਦਿੱਤਾ, ਤੇ ਇਹਦਾ ਮਤਲਬ ਤੁਹਾਡੀ ਬਾਡੀ ਜਦੋਂ ਰੋਟੇਸ਼ਨਲ ਇਕੁਇਲਿਬਰੀਅਮ ਦੇ ਅੰਦਰ ਹੋਏਗੀ ਨਾ, ਤੇ ਇਹਦਾ ਮਤਲਬ ਇਸ ਬਾਡੀ ਤੇ ਜਿੰਨੇ ਵੀ ਐਸ ਸੱਚ ਟਾਰਕ ਵੈਲਿਊਜ਼ ਆਣੀਆਂ, ਜਿੰਨੀਆਂ ਫੋਰਸਿਸ ਨੇ ਉਹਨਾਂ ਦੀਆਂ ਜਿੰਨੀਆਂ ਟਾਰਕ ਵੈਲਿਊਜ਼ ਆਣੀਆਂ, ਦੇ ਸ਼ੁੱਡ ਕੈਂਸਲ ਦਾ ਇਫੈਕਟ ਆਫ ਵਨ ਅਨਦਰ। ਉਹ ਟਾਰਕ ਇੱਕ ਦੂਜੇ ਨਾਲ ਕੈਂਸਲ ਹੁੰਦੇ ਪਏ। ਕਿਦਾਂ ਕਹਿਣਾ ਪਿਆ? ਤੇ ਜੇ ਮੈਂ ਆਹ ਕਹਾਂ ਕਿ ਵੀ F1 ਫੋਰਸ, ਠੀਕ ਹੈ, D1 ਡਿਸਟੈਂਸ ਇਹਦੇ ਤੋਂ ਪਰਪੈਂਡੀਕੂਲਰ ਡਿਸਟੈਂਸ ਤੇ ਲਾਈ ਕਰਦੀ ਵੀ, ਫੋਰਸ ਮੇਰੀ y ਐਕਸਿਸ ਤੇ ਆ ਤੇ ਪਰਪੈਂਡੀਕੂਲਰ ਡਿਸਟੈਂਸ ਮੇਰਾ x ਤੇ ਆ ਗਿਆ। ਇਹਦਾ ਮਤਲਬ ਜਿਹੜਾ ਇਸ ਫੋਰਸ ਦਾ ਟਾਰਕ ਹੋਏਗਾ ਇਹਨੇ τ1 ਆ ਜਾਏਗਾ F1 D1, ਪੋਜ਼ਿਟਿਵ ਲੈ ਲਾਂਗੇ। ਐਂਟੀ ਕਲॉकवाइज ਟਾਰਕ ਅਸੀਂ ਕਿ ਪੋਜ਼ਿਟਿਵ ਤੇ ਕਲॉकवाइज ਟਾਰਕ ਮੇਰੇ ਕੋ 네ਗੇਟਿਵ, और दूसरे पासे लिखा तो τ2 आ जाएगा -F2 D2। तो जे मैं सिस्टम का टोटल टॉर्क लिखा तो दैट इज गिवन बाय τ1 प्लस τ2 which means τ equal to F1 D1 प्लस -F2 D2, ठीक है। पर जे एज सच बॉडी मेरी किसी पासे नु भी रोटेट नहीं करती, ना थल्ले नु इधर नु क्लॉकवाइज ना एंटी क्लॉकवाइज, किसी पासे नहीं जा रही, ਤੇ ਇਹਦਾ ਮਤਲਬ ਆ ਬਾਡੀ ਤੇ ਨੈਟ ਟਾਰਕ 0 ਆ। ਇਹਦਾ ਮਤਲਬ ਜੇ ਨੈਟ ਟਾਰਕ ਬਾਡੀ ਦਾ 0 ਆ, ਠੀਕ ਹੈ, ਅਕੋਰਡਿੰਗ ਟੂ ਕੁਐਸਚਨ ਜਾਂ ਅਕੋਰਡਿੰਗ ਟੂ ਕੰਡੀਸ਼ਨ τ 0 ਆ, ਤੇ which means F1 D1 it should be equal to F2 D2। ਇਹ ਮਤਲਬ ਜਿੰਨਾ ਟਰਨਿੰਗ ਇਫੈਕਟ ਮੇਰੇ ਕੋਲ ਐਂਟੀ ਕਲॉकवाइज ਚ ਬਣੇਗਾ F1 ਫੋਰਸ ਕਰਕੇ, ਉਨਾ ਹੀ ਟਰਨਿੰਗ ਇਫੈਕਟ ਮੇਰੇ ਕੋਲ F2 ਫੋਰਸ ਕਰਕੇ ਕਿੰਨਾ ਜੀ ਕਲॉकवाइज ਆ ਜਾਏ। और ये दोनों दे दोनों टॉर्क वैल्यूज जिहड़ियां ने ये एक दूजे दा इफेक्ट कैंसल कर दियां, तो असीं कहने बॉडी मेरी रोटेशनल इक्विलिब्रियम नु मेंटेन कर रही। यानी आ सारी कंडीशन रोटेशनल इक्विलिब्रियम च टॉर्क लाई करदे पे आ, पर रिजल्टेंट टॉर्क बॉडी ते कोई लाई नहीं कर रहे, इसलिए थोड़ी बॉडी रोटेशन च नहीं जा रही, बॉडी अपना रोटेशनल इक्विलिब्रियम मेंटेन करदी पई। एट द सेम टाइम असीं ये भी नाल कह रहे कि रॉड डाउनवर्ड नहीं फॉल करदी पई, है ना, ते जे थल्ले नु इथों नहीं थल्ले जा रही, इहदे उत्ते टिकी हुई आ, ते इहदा मतलब आ दोनों फोर्सेस जिहड़ियां कि डाउनवर्ड लाई करदियां, है ना, इन्हां दोनों फोर्सेस दे बराबर इस रिएक्शनल फोर्स ने अपने रिजल्ट बनाना, ठीक है, तां मेरे को नेट फोर्स सिस्टम दी 0 होएगी, जिहदे करके बॉडी ना अपवर्ड, रॉड ना अपवर्ड ते ना डाउनवर्ड जा पा रही है। उसे थां ते जे रॉड टिकी आ, 2 वर्ड बोल के गल खत्म करन लगिया, जे इस थां ते रॉड टिकी आ, है ना, रॉड ना मेरी जी असी कहने कि भी मान लो जस्ट वैसे बना रहे ना, रॉड थल्ले नु जांदी पई ते ना रॉड घुमदी पई, है ना, ਇਹਦਾ मतलब बॉडी च ना ਤਾਂ ट्रांसलेशनल मोशन बन पा रही है ते बॉडी च ना रोटेशनल मोशन बन पा रही, ਤੇ ਇਹਦਾ मतलब ਤੁਹਾਡੀ बॉडी उस मूवमेंट ਤੇ ਦੋਨੋਂ टाइप ਦੇ इक्विलिब्रियम ਨੂੰ ਜਸਟੀਫਾਈ ਕਰਦੀ ਹੈ। ਉਹਦੇ ਵਾਸਤੇ ਅਸੀਂ ਇਹ ਕਿਹਾ ਕਿ ਵੀ ਜੇਕਰ ਐਸਐਚ ਇਹਦੇ ਚੋਂ ਕੰਡੀਸ਼ਨ ਕੱਢੋ ਤੇ ਆਏਗੀ F1 D1 ने जिन्ना टॉर्क बिल्ट अप किया इस एक्सिस दे अबाउट, ते F2 D2 ने जिन्ना टॉर्क बिल्ट अप किया इस एक्सिस दे अबाउट, ये दोनों दे टॉर्क आपस में इक्वल एंड ओपोजिट है। ते दूजी कंडीशन आ कह रहे हैं
कि फॉर ट्रांसलेशनल इक्विलिब्रियम ओपनली कंडीशन रोटेशनल इक्विलिब्रियम लिया और थर्डी कंडीशन में कोई ट्रांसलेशनल ते ट्रांसलेशनल दा मतलब नेट कोड 0 दैट इज कहना जी r माइनस ऑफ f1 प्लस f2 है ना इन्हां दी नेट कोड 0 ਇਹਦਾ ਮਤਲਬ ਇਹ ਹੋ ਗਿਆ ਇਸ ਕੇਸ ਦੇ ਅੰਦਰ r ਜਿਹੜਾ ਵਾ ਉਹ f1 plus f2 ਨਾਲ ਬੈਲੈਂਸ ਹੈਗਾ ਕੀ ਗੱਲ ਸਮਝ ਆਈ Yes, sir. Yes, ਆ ਕੰਡੀਸ਼ਨ रोटेशनल इक्विलिब्रियम ਲਈ ਬਣੀ ਹੋਈ ਆ अपरली कंडीशन में को रोटेशनल इक्विलिब्रियम ਲਈ ਬਣੀ ਆ ਥਰਡੀ ਕੰਡੀਸ਼ਨ ਮੇਰੀ ट्रांसलेशनल इक्विलिब्रियम ਦੀ ਤੇ ਮਤਲਬ ਕਿਸੇ ਨੂਮੈਰੀਕਲ ਚ ਵੀ ਜਦੋਂ ਆਪਾਂ ਨੇ ਐਸਾ ਚੀਜ਼ਾਂ ਦਾ ਕਨਸੈਪਟ ਆ ਤੇ ਇਹ ਦੋਨਾਂ ਦੀ ਬੈਲੈਂਸਿੰਗ ਉੱਥੇ ਚਾਹੀਦੀ ਆ क्या इन्नी चीज समझ आ रही सारे नु yes, sir. Yes, sir. Yes, sir. चल इसे लाइन चो आ वर्ड फिर बाहर कढन लगिया हुन इनु असि एक नाम भी देता होया हुन आईसीएसई वाले ने पढ़िया होया जे मान लो F1 ਤੁਹਾਡੇ ਕੋਲ ਲੋਡ ਆ ਹਨਾ A पॉइंट पे लोड रखिया मैं कोई भार पाया होया जिन्नु मैं चुकना वा जिन्नु मैं लिफ्ट अप करना ते ओ कहना जी F2 ਤੁਸੀਂ एस सच एफर्ट करदे पए F1 ਤੁਹਾਡਾ ਲੋਡ ਆ which you want to lift it up F2 ਤੁਹਾਡੀ ਐਫਰਟ ਆ ਜਿਹੜੀ ਤੁਸੀਂ ਅਪਲਾਈ ਕਰੋਗੇ ਤੁਸੀਂ ਐਸਐਚ ਇਸ ਐਕਸਿਸ ਆਫ ਰੋਟੇਸ਼ਨ ਦੇ ਅਬਾਊਟ ਕੀ ਕਰ ਲੋ ਇਹਨਾਂ ਦੋਨਾਂ ਫੋਰਸਸ ਦੀ ਮੂਵਮੈਂਟ ਇਕੁਏਟ ਕਰ ਦਿਓ ਮਤਲਬ ਇਹ ਜੇ ਪੰਜਾਬੀ ਚ ਕਹਾਂ ਇਦਾਂ ਸਮਝਾ ਰਿਹਾ ਕਿ ਵੀ ਆ ਮੰਨ ਲਓ ਮੇਰੇ ਕੋਲ ਇੱਕ ਰੋਡ ਆ ਇਸ ਰੋਡ ਦੇ ਮੰਨ ਲਓ ਇੱਥੇ ਕੋਈ ਆ ਲੋਡ ਆ ਜਿਹਨੂੰ ਮੈਂ ਲਿਫਟ ਅਪ ਕਰਨਾ ਔਰ ਲੋਡ ਨੂੰ ਮੈਂ ਇਸ ਤਰ੍ਹਾਂ ਤੇ ਰੱਖਿਆ ਹੋਇਆ ਤੇ ਜੇ ਇਹਨੂੰ ਮੈਂ ਬੇਟਾ ਸਿੱਧਾ ਨਹੀਂ ਚੁੱਕਦਾ ਪਿਆ ਹਨਾ ਇਹਦੇ ਲਈ ਲੈਸਰ ਐਫਰਟ ਕਰਕੇ ਮੈਂ ਹੈਵੀ ਲੋਡ ਨੂੰ ਲਿਫਟ ਕਰਨਾ ਤੇ ਮੈਂ ਇੱਕ ਪਲੈਂਕ ਲੈ ਕੇ ਇੱਕ ਫੱਟਾ ਲੈ ਕੇ ਠੀਕ ਹੈ ਨੀਚੇ ਉਹਦੇ ਮੈਂ ਇੱਕ ਡਰਮ ਰੱਖ ਦਿੱਤਾ ਠੀਕ ਹੈ ਤੇ ਡਰਮ ਦੇ ਐਸ ਐਚ ਕਹਿੰਦਾ ਜੀ ਕੀ ਕਰੋ ਇੱਕ ਸਾਈਡ ਦੇ ਉੱਤੇ ਤੁਸੀਂ ਜਿਹੜਾ ਵਾ ਆ ਐਜ ਇਧਰ ਉਹਦਾ ਲੋਡ ਰੱਖ ਦਿਓ ਜਿਹਨੂੰ ਲਿਫਟ ਅਪ ਕਰਨਾ ਤੇ ਆ ਥਾਂ ਤੇ ਮੈਂ ਐਸ ਐਚ ਭਾਰ ਪਾ ਕੇ ਨੀਚੇ ਨੂੰ ਠੀਕ ਹੈ ਜੀ ਇਸ ਬਾਡੀ ਨੂੰ ਉੱਪਰ ਚੁੱਕਦਾ ਪਿਆ ਇਹਦਾ ਮਤਲਬ ਜਦੋਂ ਮੈਂ ਐਸ ਐਚ ਬਾਡੀ ਦੇ ਉੱਤੇ ਲੋਡ ਅਪਲਾਈ ਲੋਡ ਜਿਹੜਾ ਲਿਫਟ ਅਪ ਕਰਨਾ ਉਹਦੇ ਲਈ F2 ਮੈਂ ਐਫਰਟ ਕਰਾਂ ਤੇ ਅਸੀਂ ਕਹਿੰਦੇ ਜੀ ਉਸ ਲਈ ਇਹ ਚੈੱਕ ਕਰੋ ਕਿ ਤੁਹਾਨੂੰ ਇਸ ਮਕੈਨੀਕਲ ਕਨਸੈਪਟ ਦੀ ਐਡਵਾਂਟੇਜ ਕੀ ਮਿਲੀ ਆਪਾਂ ਇੱਕ ਟਰਮ ਪੜ੍ਹਦੇ ਆ ਆਈਸੀਐਸਈ ਵਾਲੇ ਨੇ ਪੜ੍ਹੀ ਹੋਈ ਆ ਮਕੈਨੀਕਲ ਐਡਵਾਂਟੇਜ ਉਹ ਤੇ ਮਕੈਨੀਕਲ ਐਡਵਾਂਟੇਜ ਵਰਡ ਦਾ ਆਪਣੇ ਆਪ ਚ ਮਤਲਬ ਬਣਾਓ ਕੀ ਆ ਜਿਹੜੀ ਚੀਜ਼ ਮੈਂ ਆ ਸਿੱਧੀ ਸਿੱਧੀ ਉੱਪਰ ਚੁੱਕਣੀ ਸੀ ਮੈਨੂੰ ਚੁੱਕਣੀ ਔਖੀ ਲੱਗਦੀ ਪਈ ਆ ਤੇ ਜੇ ਨੂੰ ਮੈਂ ਐਸਾ ਉਸ ਪਲੈਂਕ ਦੇ ਇੱਕ ਸਿਰੇ ਤੇ ਰੱਖ ਕੇ ਠੀਕ ਹੈ ਜੀ ਤੇ ਇਧਰਲੇ ਪਾਸੇ ਰੱਖ ਕੇ ਤੈਨੂੰ ਮੈਂ ਐ ਥੱਲੇ ਝੁਕਾਰਾ ਤੇ ਆ ਬਾਡੀ ਮੇਰੀ ਉੱਪਰ ਲਿਫਟ ਅਪ ਹੋ ਜਾ ਇਹਦਾ ਮਤਲਬ ਇਹ ਹੋ ਗਿਆ ਕਿ ਵੀ ਮੈਨੂੰ ਮਕੈਨੀਕਲ ਕਹਿੰਦਾ ਨੌਲੇਜ ਦੀ ਕਿੰਨੀ ਐਡਵਾਂਟੇਜ ਮਿਲੇਗੀ ਠੀਕ ਹੈ ਉਸ ਲੋਡ ਨੂੰ ਲਿਫਟ ਅਪ ਕਰਨ ਲਈ ਤੇ ਉਹਦੇ ਵਾਸਤੇ ਅਸੀਂ ਇੱਕ ਟਰਮ ਐਡ ਕਰ ਦਿੰਨੇ ਵਿਚ ਇਜ਼ ਟੂ ਬੀ ਕਾਲਡ ਐਸ ਦਾ ਮਕੈਨੀਕਲ ਐਡਵਾਂਟੇਜ ਠੀਕ ਹੈ ਮਕੈਨੀਕਲ ਐਡਵਾਂਟੇਜ ਕਿਹਨੂੰ ਕਹਿਣ ਲੱਗਿਆ ਇਹਦੇ ਵਿੱਚੋਂ ਜੇ ਮੈਂ ਡਿਫਾਈਨ ਕਰਾਂ ਕਿ ਆ F1 ਮੇਰੇ ਕੋਲ ਜਿਹੜੀ ਆ ਇਹ ਮੇਰਾ ਲੋਡ ਹੋ ਗਿਆ ਇਹ ਮੇਰਾ ਲੋਡ ਹੋ ਗਿਆ ਜਿਹਨੂੰ ਅਸੀਂ ਲਿਫਟ ਕਰਨਾ ਤੇ D1 ਨੂੰ ਅਸੀਂ ਕਹਿੰਦੇ ਲੋਡ ਆਰਮ ਆ ਗਈ ਇਹ ਮੇਰੀ ਲੋਡ ਆਰਮ ਆ ਗਈ ਯਾਨੀ D1 ਵਾਲਾ ਜਿਹੜਾ ਡਿਸਟੈਂਸ ਆ ਦੈਟਸ ਕਾਲਡ ਇਹਦਾ ਕਹਿੰਦਾ ਜੀ ਲੋਡ ਆਰਮ और F2 मेरी एफर्ट आ ਜਿਹੜੀ ਮੈਂ ਬਾਡੀ ਦੇ ਉੱਤੇ ਅਪਲਾਈ ਕਰਾਂਗਾ ਠੀਕ ਹੈ ਔਰ D2 ਮੇਰੇ ਕੋਲ ਜਿਹੜੀ ਐਸਐਚ ਮੇਰੀ ਐਫਰਟ ਆਮ ਆ ਗਈ ਚਾਰ ਵਰਡ ਲਿਖ ਰਿਹਾ ਕੀ ਸਮਝ ਲੱਗ ਰਿਹਾ ਸਾਰਿਆਂ ਨੂੰ Yes, sir. ਲੋਡ ਕਿੰਨਾ ਲਿਫਟ ਕਰਨਾ ਉਹਦੇ ਲਈ ਲੋਡ ਆਰਮ ਕਿੰਨੀ ਹੈ ਐਕਸਿਸ ਆਫ ਰੋਟੇਸ਼ਨ ਤੋਂ ਕਿੰਨੀ ਲੌਂਗਰ ਆ ਠੀਕ ਹੈ ਉਹਦੇ ਲਈ ਤੁਸੀਂ ਐਫਰਟ ਕਿੰਨਾ ਕੀਤਾ ਤੇ ਉਹਦੇ ਲਈ ਐਫਰਟ ਆਰਮ ਦੀ ਲੈਂਥ ਕਿੰਨੀ ਹੈ ਇਹਦੇ ਅਕੋਰਡਿੰਗਲੀ ਅਸੀਂ ਕਹਿੰਦੇ ਲੋਡ ਇਨਟੂ ਲੋਡ ਆਰਮ ਇਹਦੀ ਜੋ ਪ੍ਰੋਡਕਟ ਆਏਗੀ ਜੋ ਇਹਦਾ ਟਰਨਿੰਗ ਇਫੈਕਟ ਬਣੇਗਾ ਤੇ ਇਹਦੇ ਲਈ ਐਫਰਟ ਇਨਟੂ ਐਫਰਟ ਆਰਮ ਠੀਕ ਹੈ ਜੋ ਇਹਦਾ ਟਰਨਿੰਗ ਇਫੈਕਟ ਆਏਗਾ ਹਨਾ ਉਹ ਕਹਿੰਦਾ ਜੀ ਦੋਨਾਂ ਦੇ ਟਾਰਕ ਆਪਸ ਇਕੁਅਲ ਇਹਦੇ ਅਕੋਰਡਿੰਗਲੀ ਫਿਰ ਅਸੀਂ ਕੰਡੀਸ਼ਨ ਇਹ ਲਿਖ ਦਿੰਨੇ ਕਿ ਜੇ ਮਕੈਨੀਕਲ ਐਡਵਾਂਟੇਜ ਲਿਖੀਏ ਤੇ ਇਟ ਇਜ਼ ਦਾ ਰੇਸ਼ੋ ਆਫ ਲੋਡ ਲਿਫਟਡ ਲੋਡ ਟੂ ਬੀ ਲਿਫਟਡ ਆਪਾਂ ਲੋਡ ਲਿਫਟ ਕਿੰਨਾ ਕਰਨਾ ओवर आ जाएगा मेरे को जेड़ा एफर्ट टू बी अप्लाइड एफर्ट टू बी अप्लाइड इन्हां दो चीज़ां दी रेशियो ਨੂੰ ਅਸੀਂ ਮਕੈਨੀਕਲ ਐਡਵਾਂਟੇਜ ਕਹਿੰਦੇ ਲੋਡ मैं F1 ਲਿਫਟ ਕਰਨਾ और एफर्ट मेरी ਜਿਹੜੀ F2 ਆ ਠੀਕ ਹੈ और मैं ਚਾਹਨਾ ਇਹ ਆ ਕਿ ਵੀ ਮੈਂ ਇਹ ਸਾਰਾ ਸਿਸਟਮ ਉਦੋਂ ਯੂਜ਼ ਕਰਾਂ ਜਦੋਂ ਹੈਵੀ ਲੋਡ ਨੂੰ ਘੱਟ ਐਫਰਟ ਕਰਕੇ ਚੁੱਕਾਂ ਲਾਈਨ ਦਾ ਮਤਲਬ ਉਹਦਾ ਕੀ ਹੋ ਗਿਆ ਹੈਵੀ ਲੋਡ ਮੀਨ F1 should be greater than F2 ਜਿਹੜਾ ਮੈਂ ਲੋਡ ਲਿਫਟ ਕਰਨਾ ਇਟ ਸ਼ੁੱਡ ਬੀ ਮੋਰ ਦੈਨ ਦਾ ਐਫਰਟ ਅਪਲਾਈ 10 ਨਿਊਟਨ ਦੀ ਚੀਜ਼ ਚੁੱਕਣੀ ਆ 2 ਨਿਊਟਨ ਨਾਲ ਚੁੱਕ ਲਵਾਂ ਤੇ ਸੌਖਾ ਜੇ 10 ਵਾਸਤੇ 10 ਹੀ ਲਾਣੀ ਪਈ ਤੇ ਕਹਿੰਦਾ ਜੀ ਮੈਨੂੰ ਕੋਈ ਮਕੈਨੀਕਲ ਐਡਵਾਂਟੇਜ ਨਹੀਂ ਮਿਲੀ
ਜਿੰਨਾ ਲੋਡ ਸੀ ਉਨੇ ਕੀ ਮੈਂ ਐਫਰਟ ਵੀ ਕੀਤੇ ਆ ਤੇ ਮੈਨੂੰ ਕੋਈ ਮਕੈਨੀਕਲ ਐਡਵਾਂਟੇਜ ਨਹੀਂ। ਮਕੈਨੀਕਲੀ ਐਡਵਾਂਟੇਜ ਉਦੋਂ ਮਿਲੇਗੀ ਜਦੋਂ ਲੋਡ ਹੈਵੀ ਲਿਫਟ ਕਰਨਾ ਤੇ ਉਹਦੇ ਲਈ ਤੁਸੀਂ ਐਸ ਸੱਚ ਜਿਹੜੀ ਐਫਰਟ ਕਰਦੇ ਪਈ ਹੋ ਅਪਲਾਈ ਦਾ ਕਹਿੰਦਾ ਜੀ ਲੈਸਰ ਅਮਾਉਂਟ ਆਫ ਐਫਰਟ। ਇਸ ਲਈ ਮਕੈਨੀਕਲ ਐਡਵਾਂਟੇਜ ਦੀ ਵੈਲਿਊ ਹਮੇਸ਼ਾ ਅਸੀਂ ਕੰਸੀਡਰ ਕਰਾਂਗੇ ਇਟ ਆਲਵੇਸ ਟੂ ਬੀ ਗ੍ਰੇਟਰ ਦੈਨ 1। ਠੀਕ ਹੈ ਜੀ, ਇਹ ਮਤਲਬ ਮੈਨੂੰ ਆਹ ਰੇਸ਼ੋ ਹਮੇਸ਼ਾ 1 ਤੋਂ ਗ੍ਰੇਟਰ ਚਾਹੀਦੀ ਆ, ਫਿਰ ਮੇਰੀ ਬਾਡੀ ਜਿਹੜੀ ਈਜ਼ੀਲੀ ਇੱਕ ਐਂਡ ਤੋਂ ਅਸੀਂ ਲਿਫਟ ਅਪ ਕਰ ਸਕਦੇ ਆ। ਕਿਆ ਇੰਨੀ ਗੱਲ ਕਲੀਅਰ ਆ? Yes, sir. Yes, sir. Yes. ਪ੍ਰਿੰਸੀਪਲ ਆਫ ਮੂਵਮੈਂਟ ਵਾਲੇ ਟੌਪਿਕ ਦੇ ਅੰਦਰ ਕਿਆ ਕਿਸੇ ਨੂੰ ਕੋਈ ਵਰਡ ਡਾਊਟਫੁਲ ਹੈ ਕਿ ਇਹ ਟਰਮ ਸਮਝ ਲੱਗ ਰਹੀ ਹੈ? ਨੂਮੈਰੀਕਲ ਚ ਤੁਹਾਡੇ ਕੰਪੀਟੀਟਿਵ ਦੇ ਨੂਮੈਰੀਕਲ ਜਿਹੜੇ ਉਹਨਾਂ ਚ ਵੀ ਇਹ ਕਨਸੈਪਟ ਬਹੁਤ ਯੂਜ਼ ਹੁੰਦਾ ਬੇਟਾ। ਕਿਆ ਇੰਨਾ ਕਲੀਅਰ ਆ ਬੱਚੇ? Yes, sir. Yes, sir. Yes, sir. Yes, sir. ਕਿਸੇ ਨੂੰ ਕਰੀਏ ਕੰਟੀਨਿਊ ਫਿਰ ਜੇ ਨਹੀਂ ਡਾਊਟ ਤੇ? Yes, sir. ਇਹਦਾ ਮਤਲਬ ਜੇ ਆ ਮੈਂ ਬਾਡੀ ਨੂੰ ਇਸ ਪੁਆਇੰਟ ਤੇ ਐਸ ਚ ਟਿਕਾਣਾ ਪਿਆ, ਨਾ ਤੇ ਡਿੱਗਦੀ ਪਈ ਆ ਤੇ ਨਾ ਇਹ ਘੁੰਮਦੀ ਪਈ ਆ, ਇਹਦਾ ਮਤਲਬ ਇਸ ਮੂਵਮੈਂਟ ਤੇ ਜੇ ਡਿੱਗਦੀ ਵੀ ਨਹੀਂ ਔਰ ਰੋਟੇਟ ਵੀ ਨਹੀਂ ਕਰਦੀ ਪਈ, ਇਹਦਾ ਮਤਲਬ ਇਹ ਬਾਡੀ ਦੇ ਅੰਦਰ ਇਸ ਵੇਲੇ ਇਹਦਾ ਟ੍ਰਾਂਸਲੇਸ਼ਨਲ ਇਕੁਇਲਿਬ੍ਰੀਅਮ ਵੀ ਬਣਿਆ ਹੋਇਆ ਔਰ ਇਸ ਬਾਡੀ ਦਾ ਰੋਟੇਸ਼ਨਲ ਇਕੁਇਲਿਬ੍ਰੀਅਮ ਵੀ ਬਣਿਆ ਹੋਇਆ। ਗੱਲ ਸਮਝ ਆਈ ਜੋ ਬੋਲੀ ਮੈਂ? Yes, sir. ਕਿਆ ਇੰਨਾ ਕਲੀਅਰ ਆ ਸਾਰਿਆਂ ਨੂੰ? Yes, sir. Yes, sir. ਇਹਦਾ ਮਤਲਬ ਹੋ ਗਿਆ ਕਿ ਇਸ ਇਨਸਟੈਂਟ ਤੇ ਵਿੱਚ ਆ ਜਿਹੜੇ ਪੁਆਇੰਟ ਤੇ ਇਸ ਵੇਲੇ ਪੈਨ ਬੈਲੈਂਸ ਆ, ਹਨਾ, ਅਸੀਂ ਇਸ ਐਸ ਚ ਲੈ ਕੇ ਚੱਲਦੇ ਕਿ ਦਿਸ ਇਜ਼ ਦਾ ਪੋਜੀਸ਼ਨ ਵੇਅਰ ਹੋਲ weight ਆਫ ਦਾ ਪੈਨ ਇਜ਼ ਐਕਚੁਅਲੀ ਕਹਿੰਦਾ ਜੀ ਬੈਲੈਂਸ। ਔਰ ਜਿੱਥੇ ਪੁੱਤੇ ਦਾ weight ਬੈਲੈਂਸ ਆ ਇਸੇ ਪੁਆਇੰਟ ਤੇ ਅਬਾਊਟ ਜੇ ਇਹ ਚੀਜ਼ ਘੁੰਮ ਜਾਂਦੀ ਲੈਫਟ ਨੂੰ ਜਾਂ ਰਾਈਟ ਨੂੰ ਤੇ ਇਹਦਾ ਮਤਲਬ ਹੈ ਇਸੇ ਪੁਆਇੰਟ ਦੇ ਅਬਾਊਟ ਉਹਨੇ ਘੁੰਮਣਾ ਤੇ ਜੇ ਇਸੇ ਪੁਆਇੰਟ ਦੇ ਅਬਾਊਟ ਉਹਨੇ ਰੋਟੇਟ ਕਰਨਾ ਤੇ ਇਹ ਉਹਦੇ ਸੈਂਟਰ ਆਫ ਗ੍ਰੈਵਿਟੀ ਚੋਂ ਪਾਸ ਹੋਣ ਵਾਲਾ ਉਹਦਾ ਐਕਸਿਸ ਆਫ ਰੋਟੇਸ਼ਨ ਹੋਏਗਾ। ਗੱਲ ਸਮਝ ਲੱਗੀ? Yes, sir. ਨਹੀਂ ਰਿਸਪੌਂਡ? Yes, sir. ਇਹ ਸਮਝ ਆਇਆ ਜੋ ਬੋਲਦਾ ਪਿਆ? Yes, sir. Yes, sir. Yes, sir. ਤੁਹਾਡੀ ਕੋਈ ਵੀ ਇਰਰੈਗੂਲਰ ਸ਼ੇਪ ਚ ਬਾਡੀ ਆ ਜਾਂ ਰੈਗੂਲਰ ਸ਼ੇਪ ਚ ਬਾਡੀ ਆ, ਅਸੀਂ ਕਹਿੰਦੇ ਕਿ ਜਿਹੜੇ ਪੁਆਇੰਟ ਦੇ ਉੱਤੇ ਉਸ ਬਾਡੀ ਨੂੰ ਬੈਲੈਂਸ ਕਰ ਦਿੱਤਾ, ਠੀਕ ਹੈ। ਮੰਨ ਲਓ ਇੱਕ ਪੈਨ ਦੀ ਟਿਪ ਦੇ ਉੱਤੇ, ਠੀਕ ਹੈ ਜੀ, ਇਸ ਪੈਨ ਦੀ ਟਿਪ ਦੇ ਉੱਤੇ ਜੇ ਮੈਂ ਆਪਣੇ ਇਸ ਮੈਂ ਪੰਗਾ ਲਵਾਂਗਾ ਨਹੀਂ ਵੈਸੇ, ਠੀਕ ਹੈ, ਆ ਮੈਂ ਪੈਨ ਦੀ ਟਿਪ ਦੇ ਉੱਤੇ ਜੇ ਮੋਬਾਈਲ ਆਪਣੇ ਨੂੰ ਕਿਤੇ ਟਿਕਾ ਗਿਆ ਤੇ ਇਹਦਾ ਮਤਲਬ ਆ ਜਿਹੜੇ ਪੁਆਇੰਟ ਤੇ ਇਹ ਟਿਕਦਾ ਪਿਆ ਹਨਾ, ਇਹ ਉਸ ਪੁਆਇੰਟ ਤੇ ਇਹਦਾ ਸੈਂਟਰ ਆਫ ਗ੍ਰੈਵਿਟੀ ਹੋਏਗਾ ਮੋਬਾਈਲ ਦਾ। ਔਰ ਜੇ ਟਿਕ ਗਿਆ ਤੇ ਨਾ ਐਂਟੀ ਕਲੌਕਵਾਈਜ਼ ਨਾ ਕਲੌਕਵਾਈਜ਼ ਕਿਸੇ ਪਾਸੇ ਨੂੰ ਨਹੀਂ ਮੂਵ ਕੀਤਾ ਤੇ ਨਾ ਹੀ ਸਿੱਧਾ ਥੱਲੇ ਡਿੱਗਿਆ, ਤੇ ਇਹਦਾ ਮਤਲਬ ਹੋ ਗਿਆ ਇਸ ਵੇਲੇ ਤੁਹਾਡਾ ਪੈਨ ਇਸ ਬਾਡੀ ਦੇ ਸੈਂਟਰ ਆਫ ਗ੍ਰੈਵਿਟੀ ਦੇ ਉੱਤੇ ਲੱਗਾ ਹੋਊਗਾ। ਹਾਂਜੀ sir. Yes, sir. Yes, sir. ਮੈਂ ਫੜਿਆ ਉੱਪਰੋਂ ਨਾਲ ਹੀ ਇਹਨੂੰ, ਠੀਕ ਹੈ, ਮੈਂ ਸੈਂਟਰ ਆਫ ਗ੍ਰੈਵਿਟੀ ਨਹੀਂ ਚੈੱਕ ਕਰਨੀ, ਠੀਕ ਹੈ। ਇਹਦੇ ਨਾਲ ਜਦੋਂ ਇਹਨੇ ਜੇ ਇਹ ਰੋਟੇਟ ਕਰ ਗਿਆ ਬੇਟਾ ਤੇ ਜਦੋਂ ਇਹਨੇ ਕਿਸੇ ਵੀ ਡਾਇਰੈਕਸ਼ਨ ਚ ਰੋਟੇਟ ਕਰਨਾ ਤੇ ਆ ਉਹਦੇ ਸੈਂਟਰ ਚੋਂ ਪਾਸ ਹੋਣ ਵਾਲਾ ਉਹਦਾ ਐਕਸਿਸ ਆਫ ਰੋਟੇਸ਼ਨ ਬਣੂਗਾ। Yes, sir. Yes. ਤੁਸੀਂ ਡਿਫਾਈਨ ਕੀਤਾ ਕਿ ਜੇ ਮੰਨ ਲਓ ਮੇਰੇ ਕੋਲ ਕੋਈ ਬਾਡੀ ਗਿਵਨ ਆ, ਆਪ ਇੱਥੇ ਗੱਲ ਕਰਦੇ ਹੋ ਕਿ ਜੇ ਮੰਨ ਲਓ ਮੇਰੇ ਕੋਲ ਕੋਈ ਬਾਡੀ ਕਿਸੇ ਵੀ ਸ਼ੇਪ ਚ ਗਿਵਨ ਆ, ਠੀਕ ਹੈ, ਤਾਂ ਅਸੀਂ ਕਹਿੰਦੇ ਜੀ ਜੇ ਆ ਥਾਂ ਤੋਂ ਇਹਦਾ ਸੈਂਟਰ ਆਫ ਗ੍ਰੈਵਿਟੀ ਆ, ਠੀਕ ਹੈ, ਤੇ ਇਹਦਾ ਮਤਲਬ ਇਸ ਪੁਆਇੰਟ ਤੇ ਪੂਰੀ ਬਾਡੀ ਦਾ weight ਜਿਹੜਾ ਉਹ ਬੈਲੈਂਸ ਆ ਤੇ ਇਸੇ ਪੁਆਇੰਟ ਤੋਂ ਅਸੀਂ ਕਹਿੰਦੇ ਜੀ ਉਹਦਾ ਐਕਸਿਸ ਆਫ ਰੋਟੇਸ਼ਨ ਪਾਸ ਕਰਦਾ, ਠੀਕ ਹੈ। ਇਹਦਾ ਮਤਲਬ ਇਹ ਹੋ ਗਿਆ ਇਸੇ ਥਾਂ ਤੋਂ ਉਹਦਾ ਐਕਸਿਸ ਆਫ ਰੋਟੇਸ਼ਨ ਪਾਸ ਕਰ ਰਿਹਾ ਤੇ ਇਹਦਾ ਮਤਲਬ ਇਸ weight ਦੀ ਮੂਵਮੈਂਟ ਵੈਲਿਊ, ਇਸ weight ਦੀ ਮੂਵਮੈਂਟ ਵੈਲਿਊ ਅਬਾਊਟ ਦਾ ਗਿਵਨ ਐਕਸਿਸ ਆਫ ਰੋਟੇਸ਼ਨ ਇਜ਼ ਕਹਿੰਦਾ ਜੀ 0। ਮਤਲਬ ਜੇ ਮੈਂ ਇਸ weight ਦਾ ਟਾਰਕ ਕੱਢਣਾ ਵਾ, ਮੂਵਮੈਂਟ ਵਰਡ ਜਦੋਂ ਬੋਲਾਂਗਾ, ਮੂਵਮੈਂਟ ਆਫ ਫੋਰਸ ਜਦੋਂ ਬੋਲਾਂਗੇ ਇਹਦਾ ਮਤਲਬ ਅਸੀਂ ਟਾਰਕ ਬੋਲਦੇ ਪਏ ਹਾਂ, ਕਿਉਂਕਿ ਟਾਰਕ ਫੋਰਸ ਇਨਟੂ ਪਰਪੈਂਡੀਕੂਲਰ ਡਿਸਟੈਂਸ ਫਰੋਮ ਐਕਸਿਸ ਆਫ ਰੋਟੇਸ਼ਨ ਤੋਂ ਲਈਦਾ ਤੇ ਜੇ ਐਕਸਿਸ ਆਫ ਰੋਟੇਸ਼ਨ ਦੇ ਉੱਤੇ ਹੀ ਬਾਡੀ ਦਾ weight ਆ ਤੇ ਇਹਦਾ ਮਤਲਬ ਹੋ ਗਿਆ ਇਹਦਾ ਇਸ weight ਦਾ ਐਕਸਿਸ ਆਫ ਰੋਟੇਸ਼ਨ ਤੋਂ ਪਰਪੈਂਡੀਕੂਲਰ ਡਿਸਟੈਂਸ 0 ਆ ਤੇ ਜੇ ਪਰਪੈਂਡੀਕੂਲਰ ਡਿਸਟੈਂਸ 0 ਆ ਇਸ ਮਤਲਬ ਆ mg ਆ ਗਿਆ ਇਨਟੂ d1 0 ਹੋ ਗਿਆ ਤੇ ਟਾਰਕ 0 ਹੋ ਜੋ। Yes, sir. Yes, sir. ਬੇਟੇ ਥੋੜਾ ਜਿਹਾ ਟੈਕਨੀਕਲੀ ਚੀਜ਼ਾਂ ਹੈਗੀਆਂ ਸਮਝਣ ਵਾਲੇ ਤੁਹਾਡੇ, ਕਿਆ ਗੱਲ ਸਮਝ ਆ ਰਹੀ ਜੋ ਦੱਸਦਾ ਪਿਆ? ਹਾਂਜੀ sir.
ਆਹੀ ਚੀਜ਼ ਜਿਹੜੀ ਮੈਂ ਐਗਜ਼ਾਮਪਲ ਹੁਣੀ ਬੋਲੀ ਸੀਗੀ ਕਿ ਜੇ ਮੰਨ ਲਓ ਆ ਇਨਰੈਗੂਲਰ ਜਾਂ ਰੈਗੂਲਰ ਕੋਈ ਸ਼ੇਪ ਦੀ ਬਾਡੀ ਆ ਤੇ ਮੈਂ ਇਹਦੇ ਵਿੱਚ ਦੀ ਠੀਕ ਹੈ ਜੀ ਆ ਕੋਈ ਮੇਰੇ ਕੋਲ ਮੰਨ ਲਓ ਟਿਪ ਪੁਆਇੰਟ ਹੈਗਾ, ਇਹਦੇ ਅਬਾਊਟ ਮੇਰੀ ਬਾਡੀ ਜਿਹੜੀ ਆ ਉਹ ਬੈਲੈਂਸ ਆ, ਤੇ ਇਹਦਾ ਮਤਲਬ ਹੋ ਗਿਆ ਇਸ ਬਾਡੀ ਦਾ ਜਿਹੜਾ weight ਹੋਏਗਾ ਤੇ ਇਸ ਪੁਆਇੰਟ ਤੇ ਜਿਹੜਾ ਐਕਸਿਸ ਆਫ ਰੋਟੇਸ਼ਨ ਹੋਏਗਾ, ਕਹਿੰਦਾ ਜੀ both should lie in the same direction, both should lie along the same axis, ਤੇ ਉਸ ਮੂਵਮੈਂਟ ਤੇ ਇਸ weight ਦੀ ਜਿਹੜੀ ਮੂਵਮੈਂਟ ਵੈਲਿਊ ਹੋਏਗੀ ਅਬਾਊਟ ਦਾ ਗਿਵਨ ਐਕਸਿਸ ਆਫ ਰੋਟੇਸ਼ਨ ਇਟ ਸ਼ੁੱਡ ਬੀ 0। ਹਾਂ ਜੇ ਮੈਂ ਆ ਕਹਾਂ ਇਹਦੇ ਅੰਦਰ ਆ ਡਿਫਰੈਂਟ ਕੰਸਟੀਟੂਐਂਟ ਪਾਰਟੀਕਲਸ ਨੇ, ਆ ਸਾਰੇ ਡਿਫਰੈਂਟ ਕੰਸਟੀਟੂਐਂਟ ਪਾਰਟੀਕਲ ਆ, ਇਹਦਾ weight m1g ਆ ਜੂ, ਆ ਸੈਕਿੰਡ ਪਾਰਟੀਕਲ ਦਾ weight ਮੇਰੇ ਕੋਲ m2g ਆ ਜੂ, ਇਹਦਾ weight ਮੇਰੇ ਕੋਲ mng ਆ ਜੂ। ਆ ਜਿੰਨੇ ਵੀ ਪਾਰਟੀਕਲਸ ਦੇ weight ਨੇ ਇਹਨਾਂ ਸਾਰਿਆਂ ਦਾ ਐਕਸਿਸ ਆਫ ਰੋਟੇਸ਼ਨ ਤੋਂ ਕੁਛ ਨਾ ਕੁਛ ਪਰਪੈਂਡੀਕੂਲਰ ਡਿਸਟੈਂਸ ਹੋਏਗਾ। ਇਹਦਾ ਮਤਲਬ ਜੇ ਮੈਂ SH ਆ ਲਿਖਾਂ m1g into r1, m1g into r1, this is the moment value, this is the torque value for the first particle, plus कहना जी m2g into r2, this is the moment value for the second particle। ਤੇ ਤੁਹਾਡੀ ਬਾਡੀ ਦੇ ਅੰਦਰ ਜਿੰਨੇ ਵੀ ਇਦਾਂ ਦੇ ਪਾਰਟੀਕਲਸ ਨੇ ਜੇ ਅਸੀਂ ਉਹਨਾਂ ਸਾਰਿਆਂ ਦੀ ਮੂਵਮੈਂਟ ਲਿਖ ਲਈਏ, ਅਸੀਂ ਕਹਿੰਦੇ ਜੇ ਬਾਡੀ ਮੇਰੀ ਰੋਟੇਟ ਨਹੀਂ ਕਰ ਰਹੀ ਤੇ ਇਹਦਾ ਮਤਲਬ ਇਹਨਾਂ ਸਾਰਿਆਂ ਦੀ ਮੂਵਮੈਂਟ ਵੈਲਿਊ ਦੀ ਰਿਜ਼ਲਟੈਂਟ ਵੈਲਿਊ ਮੇਰੀ 0 ਆ, ਤੇ ਫਿਰ ਜਿਹੜੇ ਪੁਆਇੰਟ ਦੇ ਅਬਾਊਟ ਇਹ ਸਾਰਿਆਂ ਦੀ ਰਿਜ਼ਲਟੈਂਟ ਵੈਲਿਊ 0 ਆਉਂਦੀ ਆ ਉਸ ਪੁਆਇੰਟ ਨੂੰ ਅਸੀਂ ਕਹਿੰਦੇ ਨੇ ਕਿ that is to be called as the, ਉਸ ਪੁਆਇੰਟ ਨੂੰ ਜੇ ਨਾਮ ਦਵਾਂ ਤਾਂ that point is to be called as the center of gravity। ਇਹਦਾ ਮਤਲਬ ਮੇਰਾ ਉਹ ਸੈਂਟਰ ਆਫ ਗ੍ਰੈਵਿਟੀ ਦਾ ਪੁਆਇੰਟ ਹੋਊਗਾ ਜਿਹਦੇ ਅਬਾਊਟ ਮੇਰੀ ਪੂਰੀ ਬਾਡੀ ਬੈਲੈਂਸ ਹੋ ਗਈ। ਕੀ ਗੱਲ ਸਮਝ ਲੱਗੀ? ਇਨਾ ਕਲੀਅਰ ਆ ਸਾਰਿਆਂ ਨੂੰ ਬੇਟਾ? Yes, sir. हाँ जी सर। Sir. ਜੇ ਡਾਊਟ ਹੈ ਕੋਈ ਤੇ ਬੋਲੋ। ਇਹਦੇ ਕੁਝ ਫਾਰਮੂਲੇ ਸੀ ਬੇਟਾ, ਉਹ ਤੋਂ ਗੱਲ ਸ਼ੁਰੂ ਕਰ ਰਹੇ ਹਾਂ, ਫਿਰ ਨੂਮੈਰੀਕਲ ਆਪਾਂ ਸ਼ੁਰੂ ਕਰਦੇ ਹਾਂ। ਫਰਸਟ ਟੌਪਿਕ ਜਿਹੜਾ ਆਪਾਂ ਇਸ ਚੈਪਟਰ ਚ ਪੜਿਆ ਸੀਗਾ ਹਨਾ, ਮੈਥਮੈਟੀਕਲ ਸੀਗਾ ਜਿਹੜਾ ਆਪਣੇ ਕੋਲ, ਉਹ ਸੀਗਾ ਸੈਂਟਰ ਆਫ ਮਾਸ। ਉਹਦੇ ਰਿਲੇਟਡ ਕੁਝ ਫਾਰਮੂਲੇ ਦੱਸਣ ਲੱਗਿਆ। ਆਪਾਂ ਕੀਤਾ ਸੀ ਟੌਪਿਕ ਪੋਜੀਸ਼ਨ ਵੈਕਟਰ ਫॉर ਸੈਂਟਰ ਆਫ ਮਾਸ ਆਫ ਟੂ ਪਾਰਟੀਕਲ, ਠੀਕ ਹੈ। ਕੁਝ ਫਾਰਮੂਲਾ ਆਇਆ ਸੀ r ਵੈਕਟਰ ਇਕੁਅਲ ਟੂ m1 r1 plus m2 r2 over m1 plus m2। ਇਹ r ਦੀ ਫਾਰਮ ਚ ਫਿਰ ਅਸੀਂ ਕਿਹਾ ਸੀ ਜੀ ਜੇ r1 r2 ਮੇਰੇ ਜਿਹੜੇ ਦੋਨੋਂ SH ਪੋਜੀਸ਼ਨ ਵੈਕਟਰ ਆ ਹਨਾ, ਇਹ ਦੋ ਪਾਰਟੀਕਲ ਦੀ ਪੋਜੀਸ਼ਨ ਸ਼ੋ ਕਰਦੇ ਆ, ਤੇ ਜੇ ਮੇਰੇ ਪਾਰਟੀਕਲ ਇੱਕ ਪਲੇਨ ਚ ਪਏ ਆ, ਜੇ ਮੇਰੇ ਪਾਰਟੀਕਲ ਸਪੇਸ ਚ ਪਏ ਆ, ਜੇ ਮੇਰੇ ਪਾਰਟੀਕਲ SH वन डायमेंशनल एक्सिस ਤੇ ਪਏ, ਆਈਦਰ x एक्सिस ਓਨਲੀ ਔਰ y एक्सिस ਓਨਲੀ ਔਰ z एक्सिस ਓਨਲੀ, ਤੇ ਉਸ ਇਨਸਟੈਂਟ ਤੇ ਅਸੀਂ ਇਹਦੇ ਕੋਆਰਡੀਨੇਟ ਦੀ ਫਾਰਮ ਚ ਇਸ ਫਾਰਮੂਲੇ ਨੂੰ ਲਿਖਣਾ ਹੋਵੇ ਤੇ ਆਪਾਂ ਇਹਦਾ ਸਪੇਸ ਦੇ ਅੰਦਰ ਫਾਰਮੂਲਾ ਡਿਫਾਈਨ ਕਰ ਦਈਏ ਤੇ ਆ ਜਾਏਗਾ m1 x1 plus m2 x2, ਇਹਦੇ ਜਨਰਲਾਈਜ਼ ਕਰਕੇ ਅੱਗੇ ਲਿਖ ਦਿੰਦੇ ਆਪਾਂ, ਠੀਕ ਹੈ, ਐਂਡ ਸੋ ਔਨ ਓਵਰ ਆ ਜਾਏਗਾ m1 plus m2। ਇਹ ਮੇਰੇ ਕੋਲ ਸੈਂਟਰ ਆਫ ਮਾਸ ਦੀ ਪੋਜੀਸ਼ਨ ਵੈਕਟਰ ਦਾ x ਕੋਆਰਡੀਨੇਟ ਆ ਗਿਆ। ਕੀ ਕਲੀਅਰ ਆ? Yes, sir. Sir. y पर आ जाना m1 y1 plus m2 y2 over m1 plus m2, ठीक है। अब मेरे को ऐसे जो x y और इधर z लिख लांगे लोड पैन ते। इसे वे ना एक फार्मूला से आ लिखने लगे कि जिस सेंटर ऑफ मास दी वेलोसिटी नु भी लिखना होवे इसे पैटर्न च, तो देन वी कैन राइट velocity of center of mass is given by m1 v1 plus m2 v2 over m1 plus m2। यानी आगे सेम टर्म मेरी जड़ी आ वो ऐसा च वेलोसिटी दी फॉर्म च डिफाइन हो जू। क्लियर है फार्मूला? Yes, sir. Yes, sir. Yes, sir. इस चैप्टर च फार्मूले थोड़ी है बेटा। इस तो बाद ਆਪਾਂ ਜਿਹੜਾ ਪੜਿਆ ਸੀ ਉਹ ਆ ਗਿਆ ਸੀ ਆਪਣੇ ਕੋਲ ਕਨਸੈਪਟ ਆਫ ਟਾਰਕ, ਤੇ ਟਾਰਕ ਦਾ ਜਨਰਲ ਫਾਰਮੂਲਾ ਆਪਣੇ ਕੋਲ ਡਿਫਾਈਨਡ ਹੋ ਗਿਆ ਫੋਰਸ ਇਨਟੂ perpendicular distance from axis of rotation, एक फार्मूला। फिर टॉर्क का एक फार्मूला ਆਪਾਂ SH ਆ ਵੀ ਡਿਫਾਈਨ ਕੀਤਾ, ਟਾਰਕ ਇਕੁਅਲ ਟੂ dl/dt, ਯਾਨੀ ਟਾਰਕ ਤੇ ਐਂਗੂਲਰ ਮੋਮੈਂਟਮ ਦਾ ਰਿਲੇਸ਼ਨ ਸੀਗਾ। ਫਿਰ ਐਂਗੂਲਰ ਮੋਮੈਂਟਮ ਦਾ ਇੱਕ ਫਾਰਮੂਲਾ ਆਪਾਂ ਕੀਤਾ r cross p, ਠੀਕ ਹੈ। यानी इथों लिखा टॉर्क नु जे वेक्टर फॉर्म च लिखना ते एदा फार्मूला बन गया r वेक्टर क्रॉस f वेक्टर।
इदां ही लीनियर मोमेंटम ते एंगुलर मोमेंटम दा रिलेशन आ जाएगा कि एंगुलर मोमेंटम इक्वल टू क्रॉस प्रोडक्ट ऑफ पोजीशन वेक्टर एंड लीनियर मोमेंटम, या इनु सिंपल लिख दूंगा कि आ कह दूंगा लीनियर मोमेंटम इनटू परपेंडिकुलर डिस्टेंस फ्रॉम एक्सिस ऑफ रोटेशन। हाँ जी, क्या आप फॉर्मूले क्लियर है? Yes, sir. Yes, sir. चल स्टार्टिंग च ही फॉर्मूले लेके चलांगे जिथे लोड होएगी, ठीक है, फिर अगले फॉर्मूले बाद चो ऐड करांगे। इना चो किसी नु कोई वेरिएबल नहीं क्लियर ते एक बारी बोलो, जे क्लियर ते फिर फर्स्ट न्यूमेरिकल दी स्टेटमेंट पढ़िए। Clear है सर। Clear है sir. चल Yes, sir. फर्स्ट न्यूमेरिकल दी स्टेटमेंट पढ़ो एक बारी, फिर मैं एक्सप्लेन करदा। पढ़ ले बच्चे? Yes sir. Yes sir. Two bodies of masses 1 kilogram and 2 kilogram, m1 आ गया m2 आ गया, they are located at 1, 2 mean x1 ਤੇ y1 कोऑर्डिनेट आ गए फर्स्ट पार्टिकल ਲਈ एंड -1 ਤੇ 3 x2 ਤੇ y2 कोऑर्डिनेट आ गए सेकंड पार्टिकल ਲਈ। यानी ਜਿਹੜੀ ਮੈਨੂੰ ਨੇ ਐਸਐਚ ਫਸਟ ਨਿਊਮੈਰੀਕਲ ਚ ਕਿਹਾ ਵਾ ਉਹਨੇ ਇੱਕ ਤਰ੍ਹਾਂ ਆ ਡਿਫਾਈਨ ਕਰ ਦਿੱਤਾ ਕਿ ਤੁਹਾਡੇ ਕੋਲ ਇੱਕ ਸਿਸਟਮ ਦੇ ਅੰਦਰ ਦੋ ਪਾਰਟੀਕਲਸ ਨੇ, ठीक है, ए पॉइंट ਦੇ ਕੋਆਰਡੀਨੇਟ ਗਿਵਨ ਆ ਆਪਣੇ ਕੋਲ ਜਿਹੜੇ 1 ਤੇ 2, ਇਹਦੇ ਕੋਆਰਡੀਨੇਟ 1 ਤੇ 2 ਤੇ b ਪੁਆਇੰਟ ਦੇ ਕੋਆਰਡੀਨੇਟ -1 ਤੇ 3, ठीक है जी। ਇਹਦਾ ਮਤਲਬ ਮੇਰੇ ਕੋਲ ਐਸਐਚ ਜੋ ਕੁਐਸਚਨ ਚ ਆ ਉਹ m1 1 किलोग्राम, m2 ਮੇਰੇ ਕੋਲ 2 किलोग्राम और उस तो बाद x1 ਮੇਰੇ ਕੋਲ 1 ਗਿਵਨ ਆ, ठीक है जी, y1 ਮੇਰੇ ਕੋਲ 2 ਗਿਵਨ ਆ, ਇਸੇ ਵੇ ਨਾ x2 ਤੇ y2 ਗਿਵਨ ਆ, x2 -1 ਤੇ y2 मेरे को 3 गिवन है। क्या वेरिएबल सारे क्लियर? Yes, sir. Yes, sir. उन्हें पूछा जी कैलकुलेट द कोऑर्डिनेट ऑफ सेंटर ऑफ मास, सेंटर ऑफ मास ਦੇ ਕੋਆਰਡੀਨੇਟ ਕਰਨਾ, यानी आ मेरे दो फार्मूले आ गए। ਇਹਦਾ ਮਤਲਬ ਜੇ ਆਪਾਂ ਐਸਾ ਚੱਲੀਏ ਤੇ ਤੁਸੀਂ x ਤੇ y ਫਾਈंड आउट करना सेंटर ऑफ मास वास्ते ਤੇ we know that x डिफाइन करिए, फार्मूला हो गया जी m1 x1 m2 x2 ओवर m1 m2, वैल्यू पुट अप कर दिए, जे वैल्यू पुट अप कर लिए ते अपने को एसएच कोऑर्डिनेट जेडे सेंटर ऑफ मास दे आ जाने, अपने को देयरफॉर x कोऑर्डिनेट आ जाएगा m1 1 गिवन, x1 अपने को 1 गिवन प्लस m2 अपना 2 गिवन, x2 अपने को -1 ओवर आ गया अपने को m1 m2 यानी 3 किलोग्राम, यानी अपना आ गया जी 1 - 2/3 -1/3 x कोऑर्डिनेट आ जाएगा। क्लियर है? Yes, sir. Yes sir. So, मेरा y कोऑर्डिनेट डिफाइन कर, ठीक है, हुन फार्मूला सीधे लगा लिया, m1 1 आ गया, y1 मेरे को 2 आ गया प्लस m2 मेरा 2 आ गया, ठीक है, m2 मेरा 2 आ गया इनटू y2 की वैल्यू मेरे को 3 आ गई ओवर के ना जी m1 m2, यानी अपने को आ गया जी 2 + 6/3 यानी 8/3। देयरफॉर सेंटर ऑफ मास का जेड़ा पोजीशन वेक्टर होएगा, जे आ चीज पूछी नहीं होने, जे पूछे तेनु आप इदा लिख सकते हैं क्योंकि सेंटर ऑफ मास नु एक्स वाई दी फॉर्म च लिखना होगे एक्स आई कैप प्लस वाई जे कैप, है ना, ते एक्स कोऑर्डिनेट दी थां ते वाई कोऑर्डिनेट दी थां ते वैल्यू लिख दियो, ते मतलब सेंटर ऑफ मास दा पोजीशन वेक्टर बन गया -1/3 आई कैप प्लस 8/3 जे कैप। आ चीज बार-बार कह रहे हैं, पूछी नहीं, पूछी होवे ते ए भी ऐसे में एक्सप्रेस कर दांगे। क्लियर है? Yes, sir. yes, sir. Yes sir. चलो सेकंड दी स्टेटमेंट पढ़ो, मैं पहले वेरिएबल सारे तोड़ तो पूछने हैं जल्दी। जल्दी जल्दी मैं उन्हें देर एक दो क्वेश्चन थोड़े है नहीं के देर शीट च मैंने उत्ते बुक च दिख रहे हैं, ठीक है, मैं ओदी फिगर बनाना उन्हें देर
हाँ जी, पढ़ लिया जी। Yes, sir. चलो, Yes, sir. जैस्मीन, जैस्मीन कौर, पढ़ लिया बच्चे? स्टेटमेंट पढ़ ली? कोई बोल दे नहीं। हर्षल, स्टेटमेंट पढ़ ली? हर्षल, पढ़ रही हूँ अभी। पढ़ रही हूँ, मैं तो लगा सो रहे हो हैं? नहीं नींद तो नहीं आ रही न्यूमेरिकल करके? नहीं। आवे भी ना, जान काट देनी मैं। चलो, सेकेंड न्यूमेरिकल हैगा, two blocks of masses 5 kilogram and 2 kilogram, they are placed on a frictionless surface and connected by a spring. ठीक है, an external kick gives a velocity of 14 meter per second to the heavier block in the direction of a lighter one. Calculate the velocity कहना जी gained by the center of mass. हुन कोई बोलेगा केड़े वेरिएबल अपने क्वेश्चन च गिवन है? Sir, M1 Sir, given M1 है and M2. और चलो, V1 भी given है. M1 and V1 भी. हिमांशु Yes, sir. बोल। M1 हमारे पास 5 है, M2 हमारे पास 2 है और V1 हमारे पास 14. हाँ जी, V2 कितना? V2 सर कैलकुलेट करना. V2 कैलकुलेट करना, डन। किसी होर नु जो लगदा होवे बोलो जल्दी। शिवम, Sir, center of mass की final velocity calculate करनी. सेंटर ऑफ मास की फाइनल वेलोसिटी कैलकुलेट करने ਲਈ वेरिएबल केड़ा-केड़ा हैगा अपने कोल? Sir, M1, M2, V1, V2 निकालना sir पहले. V2 निकालना ਆਪਾਂ। Sir, V2 भी ते center of mass की velocity. V2 ਦੇ ਦਿੱਤਾ वेलोसिटी ਕਿਹਦੀ ਹੋਏਗੀ? ਜੇ V1 ਲਾਈਟ ਹੈ ਆਪਣੇ ਕੋਲ, V1 ਗਿਵਨ ਹੈ ਕਿਹਦੀ? ਹੈਵੀਅਰ ਫ੍ਰੈਗਮੈਂਟ ਦੀ, ਤੇ V2 ਤੇ ਫਿਰ ਲਾਈਟਰ ਫ੍ਰੈਗਮੈਂਟ ਦੀ ਹੋਣੀ ਚਾਹੀਦੀ। ਉਹ ਸੈਂਟਰ ਮਾਸ ਦੀ ਕਿੱਦਾਂ ਹੋਈ? ਹਾਂਜੀ ਹਰਸ਼ਲ, ਕੀ ਫਾइंड आउट करना क्वेश्चन च? V2 0 आएगा ना? V2 0 आएगा, वो क्यों? वो क्यों हर्षल? हर्षल, V2 0 क्यों आएगा? हाँ जी इंदर, आ कौन है बेटा जिदे नाम दी जगह ते आईफोन लिखिया? बच्चे जिदे नाम दी जगह ते आईफोन लिखिया हो जल्दी जल्दी बोलो कौन, नहीं तो मैं रिमूव कर रहा ग्रुप चों। मेरी आवाज आ रही सारे नु ना? Yes, sir. Yes sir. So, जिदे नाम ते आईफोन लिखिया इंदरप्रीत तो नेक्स्ट नाम दे अंदर वो कौन आ? बोलो जल्दी, नहीं तो रिमूव करा। चलो मैं रिमूव करता हूं। हाँ जी हर्षल जी, तुसी आवाज दे के मुड़ के मुड़े ही नहीं। V2 क्यों 0 आएगा? लग रहा है। हैं? बुक च लिखा V2 0? नहीं। हाँ, फिर अमल दिमाग च लिखा ना, तो किसी कारण ही बोलिया होएगा बेटा। बिल्कुल V2 0 आ। सुनो गल ध्यान नाल, तुहाडे को और तुसी V2 नहीं फाइंड आउट कर रहे, तुसी सेंटर ऑफ मास दी वेलोसिटी कढनी है बेटे। उन्हें तो नहीं किया वा कि भी एस सच तुहाडे सिस्टम दे अंदर दो ब्लॉक्स ने और उन्होंने तुसी फ्रिक्शनलेस सरफेस ते रखिया ते दूजे पासे उन्हें एक स्प्रिंग नाल कनेक्ट कीता। यानी ਆਪਾਂ क्वेश्चन लेके चलिए पुत्र, ते आ चीज आ गई, आ मेरे दो ब्लॉक्स आ गए एंड दे आर कनेक्टेड विद वन अनदर विद द स्प्रिंग। ठीक है, आ मान लो मेरा हैवियर आ गया जेड़ा 5 वाला, आ मेरा लाइटर आ गया 2 वाला, ਤੇ ਮੈਂ ਹੈਵੀਅਰ ਵਾਲੇ ਨੂੰ ਕਿਕ ਕੀਤਾ। ਜਦੋਂ ਮੈਂ ਹੈਵੀਅਰ ਵਾਲੇ ਨੂੰ ਕਿਕ ਕੀਤਾ, ਉਹਨੇ ਕਹਿੰਦਾ ਜੀ ਐਸਐਚ ਉਸ ਮੂਵਮੈਂਟ ਤੇ ਕੀ ਕੀਤਾ? ਇਸ ਸਿਸਟਮ ਨੂੰ ਮੂਵ ਕਰਾਇਆ। ਅਸੀਂ ਕਹਿੰਦੇ ਜਦੋਂ ਹੈਵੀਅਰ ਨੂੰ ਮੈਂ ਕਿਕ ਕੀਤਾ ਤੇ ਜਦੋਂ ਇਹਨੂੰ ਕਿਕ ਕਰਨ ਲੱਗਿਆ, ਆ ਕਿਹੜੀ ਸਟੇਟ 'ਚ ਪਿਆ ਵਾ? Rest. ਰੈਸਟ।
ਤੇ ਜੇ ਇਹ ਰੈਸਟ ਵਿੱਚ ਆ ਇਹਦਾ ਮਤਲਬ v1 ਮੇਰੇ ਕੋਲ ਇਹਦੀ ਵੈਲੋਸਿਟੀ ਜੇ ਆਪਾਂ ਇਹਨੂੰ ਸਪਲਾਈ ਕੀਤੀ ਆ 14 ਮੀਟਰ ਪਰ ਸੈਕਿੰਡ at that instant the second block is in state of rest Yes, sir. ਤੇ ਇਹਦਾ Yes, sir. v1 ਮੇਰਾ ਜੇ 14 ਆ ਤੇ v2 ਮੇਰਾ 0 ਹੋਏਗਾ ਜਾਂ v2 ਦੀ ਐਕਸਪਲੇਨੇਸ਼ਨ ਕਲੀਅਰ ਆ Yes, sir. ਉਸ ਤੋਂ ਬਾਅਦ ਜੇ ਮੰਨ ਲਓ ਅਸੀਂ ਕਹਿੰਦੇ ਜੀ ਆ ਦੋ ਬਲੌਕਸ ਦਾ ਜਿਹੜਾ ਸਿਸਟਮ ਹੈਗਾ ਇਹਦਾ ਇੱਥੇ ਕਿਤੇ ਆਪਣੇ ਕੋਲ ਉਹ ਪੁਆਇੰਟ ਆ ਜਿੱਥੇ ਸੈਂਟਰ ਮਾਸ ਆ ਸੈਂਟਰ ਮਾਸ ਇਮੇਜਿਨਰੀ ਪੁਆਇੰਟ ਹੁੰਦਾ ਅਸੀਂ ਮੰਨ ਲਿਆ ਜੀ ਆ ਸੈਂਟਰ ਮਾਸ ਦੀ ਲੋਕੇਸ਼ਨ ਹੋਏਗੀ ਇਸ ਵੇਲੇ ਕਿਉਂ ਇੱਥੇ ਗਈ ਕਿਉਂਕਿ ਸੈਂਟਰ ਮਾਸ ਆਲਵੇਜ਼ ਲਾਈਜ਼ ਕਲੋਜ਼ਰ ਟੂ ਦਾ ਹੈਵੀਅਰ ਪਾਰਟੀਕਲ ਸੈਂਟਰ ਮਾਸ ਹਮੇਸ਼ਾ ਹੈਵੀਅਰ ਮਾਸ ਦੇ ਨੀਅਰ ਬਾਈ ਆਉਂਦਾ ਇਹਦਾ ਮਤਲਬ ਇੱਥੇ ਮੇਰਾ ਜੇ ਸੈਂਟਰ ਮਾਸ ਦੀ ਮੈਂ ਲੈ ਕੇ ਚੱਲਾਂ ਤਾਂ ਉਹਨੇ ਆ ਪੁੱਛੀ VCMA ਦੀ ਕਿੰਨੀ ਹੋਏਗੀ यानी वेलोसिटी ऑफ सेंटर मास कड्डो ਉਹਦੇ ਲਈ ਮੇਰੇ ਆ ਚਾਰ ਵੇਰੀਏਬਲ ਕੁਐਸਚਨ ਚ ਬਣਦੇ ਆ ਇਹਨਾਂ ਨੂੰ ਯੂਜ਼ ਕਰਕੇ ਤੁਸੀਂ ਵੈਲੋਸਿਟੀ ਆਫ ਸੈਂਟਰ ਮਾਸ ਕੱਢਣੀ ਤੇ ਆਪਣੇ ਕੋਲ ਇਹਦੇ ਨਾਲ VCM ਦੀ ਵੈਲਿਊ ਫਾਈਂਡ ਆਊਟ ਕਰਨੀ ਕਿਹੜਾ ਫਾਰਮੂਲਾ ਲਾਦਾ सर m1 v1 M1 plus V1 m2 plus v2 M2 V2 Well, for M1 plus M2. velocity of center mass is given by m1 v1 plus m2 v2 over m1 plus m2 तो जिहदा नाम लेके बुलाना होना बोलिया करो ठीक है गलत हो जाए कुछ नहीं हो चलिया बिना परवाह किए कि भी गलत बोलिया जाऊगा बोलो जरूर ठीक है गूंगे ना बनया करो इत्थे जे वेरिएबल पुट अप करिए m1 5 आ v1 अपना 14 आ m2 वाली टर्म 0 ही हो जानी ओवर सम ऑफ मास इज 7 आ गया यानी 70/7 मीन 10 मीटर पर सेकंड मेरे सेंटर ऑफ मास दी वेलोसिटी आ जाऊ क्या आ चीज क्लियर आ Yes, sir. Yes, sir. Yes, sir. क्या किसी ਨੂੰ ਕਿਸੇ ਸਟੈਪ ਦਾ ਡਾਊਟ ਹੈ ਕਿ ਸਟੇਟਮੈਂਟ ਦੇ ਅਕੋਰਡਿੰਗਲੀ ਉਹਦੀ ਐਕਸਪਲੇਨੇਸ਼ਨ ਕਲੀਅਰ ਹੈ ਸਾਰਿਆਂ ਨੂੰ Yes, sir. Clear है. ਚਲੋ ਇੱਕ ਸਟੇਟਮੈਂਟ ਲਿਖੋ ਬੋਲ ਰਿਹਾ ਮੈਂ ਸਟੇਟਮੈਂਟ ਨੋਟ ਕਰੋ ਤੇ ਹੁਣੀ ਸੋਲਵ ਕਰਕੇ ਦਿਖਾਉਂਗੇ ਕੈਮਰਾ ਔਨ ਕਰ ਦਿਓ ਫਿਗਰ ਬਣੀ ਹੈ ਤੁਹਾਡੇ ਕੋਲ ਜਿਸ ਚ ਦੋ ਰੋਡਸ L ਲੈਂਥ ਦੀਆਂ ਅਸੀਂ ਸ਼ੋ ਆਫ ਕਰਦੇ ਪਏ आइडेंटिकल रॉड्स ने लिखो टू आइडेंटिकल यूनिफॉर्म रॉड्स ऑफ लेंथ L two identical uniform rods of length L are joined to form a L-shaped figure L-shaped figure as shown in figure L-shaped figure as shown लिख दो L-shaped figure as shown locate full stop locate center of mass camera on जल्दी जिन्हों के कैमरे ऑफ है कैमरे ऑन करो जल्दी और सिर्फ 1 मिनट का न्यूमेरिकल है जल्दी जल्दी कंप्लीट करो करो शाबाश जल्दी जिन्हों के कैमरे नहीं ऑन बार बार कह रहे हैं कैमरे ऑन करो आदित्य मनरूप जिया जैस्मीन जिदे प्रॉब्लम हो ना करो कोई नहीं लविशा न्यूमेरिकल करो सर हो गया फाइन आंसर नहीं बोलना हजे ओके सर 2 मिनट दे दिए सारे हम सुबेर जी हो गया नहीं सर हाँ की कर रहे हैं फिर इदा देखते ना की करते हो हो गया सर सर हो गया करो करो शाबाश जल्दी जिन्हों का हो गया 2 मिनट लिए चुप रहो जिन्हों का पेंडिंग आ वो करो जिन्हों का हो गया वो पानी पूनी पी आओ
अवराज होया नहीं हजे, हो गया बेटा? हर्षिता, जिया, अंकिता, हाँ जी करिए कंप्लीट फिर समीक्षा। Yes, sir. चलो मानन जी की आंसर आया? सर x कोऑर्डिनेट l/2, y कोऑर्डिनेट l/2। चलो रिदम की आया आंसर? so हो या नहीं? ओके हाँ जी शिवम जी की आया आंसर? सर l/2 l/, चलो जिदा l/2 l/2 तो अलावा कुछ आंसर हैगा वो बोलो जल्दी। l/2 गलत है जी। क्या मैं कंप्लीट करा? सर So mass दोनों दा same आ? सर l/4 हाँ मनिंदर। सर l/4 पूजा कोऑर्डिनेट l/4 बिल्कुल ठीक जी। l/4 ਉਹਦੇ ਕੋਆਰਡੀਨੇਟਸ ਆने ਆ। चलो जस्ट लीव समझो ਹੁਣ ਇੱਕ ਵਾਰੀ ਜੇ ਬੁੱਤ ਇਹਦੇ ਵਿੱਚ ਧਿਆਨ ਦਿਓ ਤੇ ਐਸਐਚ ਆਪਣੇ ਕੋਲ ਆ ਸਿਰਫ ਰੋਡ ਦੇ ਇੰਨੇ ਪੋਰਸ਼ਨ ਜਾਓ। ਆ ਪੈਨ ਮੇਰਾ ਇੱਕ ਰੋਡ ਆ l ਮੀਟਰ ਦਾ, ਇਹਦਾ ਸੈਂਟਰ ਮਾਸ ਕਿੱਥੇ ਹੋਏਗਾ? सेंटर l/2 ਤੇ l/2 L/2. ਇਹਦਾ ਮਤਲਬ y ਐਕਸਿਸ ਦੇ ਅਲੋਂਗ ਆ ਰੋਡ ਦਾ ਜਿਹੜਾ ਸੈਂਟਰ ਆਫ ਮਾਸ ਆ ਉਹ ਆ ਪੁਆਇੰਟ ਤੇ ਆ ਗਿਆ, ਯਾਨੀ ਇਸ a ਪੁਆਇੰਟ ਤੇ ਸੈਂਟਰ ਆਫ ਮਾਸ ਆ ਗਿਆ ਇਸ ਰੋਡ ਦਾ। ठीक है आ मेरी हॉरिजॉन्टल रॉड जेडी हॉरिजॉन्टल है ਇਹਦਾ ਵੀ ਸੈਂਟਰ ਆਫ ਮਾਸ ਕਿੱਥੇ ਹੋਏਗਾ? l/2 ਹਾਂਜੀ ਮਿਡ ਪੁਆਇੰਟ ਤੇ ਸਰ ਉਹਦੇ ਇਹਦਾ ਵੀ l/2 ਤੇ ਹੀ ਹੋਏਗਾ। yes sir. Yes, sir. ਇਹਦਾ ਮਤਲਬ ਇਸ ਸਿੰਗਲ ਰੋਡ ਦਾ ਜਿਹੜਾ ਸੈਂਟਰ ਆਫ ਮਾਸ ਆ ਉਹ ਆ b ਪੁਆਇੰਟ ਤੇ ਆ ਗਿਆ ਜਿਹੜਾ ਕਿ l/2 ਤੇ ਆਏਗਾ। ਹੁਣ ਇਹਦਾ ਮਤਲਬ ਮੈਂ l ਰੋਡ ਦਾ ਨਹੀਂ ਪੁੱਛਿਆ, ਮੈਂ ਤੁਹਾਨੂੰ ਇਹ ਕਿਹਾ ਕਿ ਜਿਹੜਾ ਇੱਕ l ਸ਼ੇਪ ਦੇ ਅੰਦਰ ਆ l ਸ਼ੇਪ ਦੇ ਅੰਦਰ ਇੱਕ ਲੈਮਿਨਾ ਬਣ ਗਿਆ, l ਸ਼ੇਪ ਚ ਜਿਹੜੀ ਮੇਰੀ ਫਿਗਰ ਬਣ ਗਈ, ਇਹਦਾ ਸੈਂਟਰ ਆਫ ਮਾਸ ਕਿੱਥੇ ਆ? ਤੇ ਜੇ ਮੈਂ ਆ ਰੋਡ ਦਾ ਇਸ ਸਿਸਟਮ ਦਾ ਸੈਂਟਰ ਆਫ ਮਾਸ ਕੱਢਣਾ ਵਾ, ਮੈਂ ਕਹੂੰਗਾ ਜੀ ਇੱਥੇ ਕਰਕੇ ਕਿਤੇ ਆਣਾ ਹਨਾ। ਹੁਣ ਆ ਪੁਆਇੰਟ ਮੈਨੂੰ ਲੱਭਣਾ ਪੈਣਾ ਕਿੱਥੇ ਆ, ਤੇ ਇਸ ਪੁਆਇੰਟ ਨੂੰ ਫਾਈਂਡ ਆਊਟ ਕਰਨ ਵਾਸਤੇ ਐਸਐਚ ਇਧਰੋਂ x ਕੋਆਰਡੀਨੇਟ l/2 ਆ, ਇਧਰੋਂ y ਕੋਆਰਡੀਨੇਟ l/2 ਆ। ਠੀਕ ਹੈ ਇਹਨਾਂ ਦੋਨਾਂ ਕੋਆਰਡੀਨੇਟ ਦੀ ਹੈਲਪ ਨਾਲ ਆ ਪੁਆਇੰਟ ਦੇ ਕੋਆਰਡੀਨੇਟ ਲੱਭੋ। ਆ ਸਿਸਟਮ ਦੇ ਅੰਦਰ ਆ ਪੁਆਇੰਟ ਮੇਰੇ ਕੋਲ ਹੋਏਗਾ ਜਿੱਥੇ ਸਿਸਟਮ ਦਾ ਐਸਐਚ ਸੈਂਟਰ ਆਫ ਮਾਸ ਆ। ਤੁਸੀਂ ਜੋ ਲੱਭਿਆ ਉਹ ਇਸ ਰੋਡ ਦਾ l/2 ਤੇ, ਤੁਸੀਂ ਜੋ ਲੱਭਿਆ ਉਹ ਇਸ ਰੋਡ ਦਾ l/2 ਤੇ, ਪਰ ਇਹ ਸਿਸਟਮ ਦਾ ਤਾਂ ਨਹੀਂ ਨਾ ਆਇਆ। ਸਿਸਟਮ ਦਾ ਐਸਐਚ ਸੈਂਟਰ ਆਫ ਮਾਸ ਇੱਥੇ ਕਿਸੇ ਪੁਆਇੰਟ ਤੇ ਹੋਏਗਾ ਜਿੱਥੋਂ ਤੁਸੀਂ ਐਸਐਚ x ਤੇ y ਕੋਆਰਡੀਨੇਟ ਦਾ ਫਾਈਂਡ ਆਊਟ ਕਰਨਾ। ਕੀ ਗੱਲ ਸਮਝ ਲੱਗੀ? Yes, sir. yes Sir. ਜੇ ਹੁਣ ਮੈਂ ਇਹਨੂੰ ਲੈ ਕੇ ਚੱਲਾਂ ਬੇਟਾ ਤੇ ਇਸ ਮੂਮੈਂਟ ਤੇ ਆ ਜਿਹੜਾ ਮੇਰਾ ਪੁਆਇੰਟ ਆ ਇਹ ਆ origin ਜੇ ਹੋਵੇ, ਹੁਣ ਲਿਖਣਾ ਛੱਡ ਦਿਓ ਇੱਕ ਮਿੰਟ ਸਮਝ ਲਿਓ। ਜੇ ਆ origin ਦੇ ਕੋਆਰਡੀਨੇਟ 0 0 ਆ ਤੇ ਆ ਪੁਆਇੰਟ ਦੇ ਕੋਆਰਡੀਨੇਟ ਜੇ ਮੈਂ ਲਿਖਣੇ ਹੋਣ ਇਹ l/2 ਤੇ 0 ਹੋਊਗੇ। yes sir. yes ਜੇ ਮੈਂ ਇਸ ਪੁਆਇੰਟ ਦੇ ਕੋਆਰਡੀਨੇਟ ਲਿਖਣੇ ਹੋਣ ਇਹ y ਐਕਸਿਸ ਵਾਲੇ ਪਾਸੇ ਤੇ ਇਹਦਾ x ਕੋਆਰਡੀਨੇਟ 0 ਆ, ਯਾਨੀ ਇਹਦੇ ਕੋਆਰਡੀਨੇਟ 0 ਤੇ l/2 ਹੋਊਗੇ। yes sir. yes ਸਾਰਿਆਂ ਨੂੰ ਗੱਲ ਸਮਝ ਲੱਗਦੀ ਵੀ ਜੋ ਬੋਲਦਾ ਪਿਆ? Yes, sir. इथों जे लेके चला तो मेरे को x1 आ गया l/2, y1 आ गया 0, x2 आ गया मेरा 0 ते y2 आ गया l/2। ठीक है आ मेरे चार कोऑर्डिनेट आ गए। क्या इतनी गल समझ आई? yes sir. Yes, sir. आ रॉड आइडेंटिटी जे आइडेंटिटी का रॉड दे मासेस जेड़े आ दोनों रॉड दे मासेस इक्वल आ ते दोनों नु कॉमन सिंबल ਅਸੀਂ m ਦੇ ਦਿੰਦੇ। क्या गल समझ लगी? yes sir. ਜੇ ਹੁਣ ਸੈਂਟਰ ਆਫ ਮਾਸ ਦੇ ਕੋਆਰਡੀਨੇਟ ਕੱਢਨੇ ਆ ਤੇ ਆਪਣੇ ਕੋਲ ਫਾਰਮੂਲਾ ਲਾ ਲਓ x ਕੋਆਰਡੀਨੇਟ ਵਾਸਤੇ m1 x1 m2 x2
ओवर m1 प्लस m2 ਇਹਦੇ ਅਕੋਰਡਿੰਗਲੀ ਆਪਣੇ ਕੋਲ ਆ ਜਾਏਗਾ m1 ਆਪਣਾ m ਗਿਵਨ ਆ x1 ਆਪਣਾ l/2 ਆ m into l/2 plus m2 ਆਪਣਾ m ਪਰ ਆਪਣੇ ਕੋਲ y ਆਪਣਾ x2 ਆਪਣਾ 0 ਆ ਕਿਵੇਂ ਇੱਥੇ ਆ ਗਿਆ m into 0 ਓਵਰ ਆ ਗਿਆ m1 plus m2 ਤੇ m1 plus m2 ਮੇਰਾ 2m ਬਣ ਜੂ ਅਲਟੀਮੇਟਲੀ ਇਹਨੂੰ ਸੋਲਵ ਕਰਾਂ ਤੇ x ਆ ਗਿਆ m l/2 ਓਵਰ 2m ਤੇ ਆ m ਕੈਨਸਲ ਆਊਟ ਕਰਕੇ l/4 ਕੋਆਰਡੀਨੇਟ ਆ ਜਾਓ Yes, sir. Yes, sir. Yes, sir. इसे वे ना y कोऑर्डिनेट कर दूंगे वो भी l/4 आ ਤੇ देयरफॉर सेंटर ऑफ मास ਦੇ ਜਿਹੜੇ ਕੋਆਰਡੀਨੇਟਸ ਨੇ ਠੀਕ ਹੈ ਜੀ ਉਹ ਆ ਗਏ l/4 ਤੇ l/4 क्या ਆ ਕਲੀਅਰ ਹੈ ਨਹੀਂ ਗੱਲ Yes, sir. Yes. Sir. ਇੰਨਾ ਸਮੇਂ ਲੱਗਿਆ ਜੀ ਸਾਰਿਆਂ ਨੂੰ सर वो समझ नहीं आया Yes,